ਨਮਸਕਾਰ, ਸਤਿ ਸ਼੍ਰੀ ਅਕਾਲ। ਅੱਜ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਗੈਪ ਵਾਲੇ ਬੱਚਿਆਂ ਨੂੰ ਕਿੱਦਾਂ ਵੀਜ਼ਾ ਮਿਲਦਾ। ਤੁਸੀਂ ਅਕਸਰ ਦੇਖਿਆ ਹੋਣਾ, ਅਸੀਂ ਗੈਪ ਵਾਲੀ ਐਪਲੀਕੇਸ਼ਨ ਨੂੰ ਹਾਈਲਾਈਟ ਕਰਦੇ ਹਾਂ ਕਿ ਤੁਹਾਡਾ 2 4 5 ਸਾਲ 10 ਸਾਲ ਦਾ ਗੈਪ ਹੈ, ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ। ਕਿੱਦਾਂ ਵੀਜ਼ਾ ਮਿਲਦਾ ਗੈਪ ਵਾਲਾ, ਅੱਜ ਅਗਲੇ ਚੰਦ ਮਿੰਟਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਅੱਜ ਕਿਹੜੇ ਰੀਜ਼ਨ ਹੈਗੇ ਆ ਜਿਹੜੇ ਕਿ ਗੈਪ ਦੇ ਵਿੱਚ ਆਉਂਦੇ ਆ। ਜੇਕਰ ਤੁਸੀਂ ਵਿਹਲੇ ਰਹੇ ਹੋ ਤਾਂ ਤੁਹਾਡਾ ਸਾਲ ਦਾ ਵੀ ਗੈਪ ਪੂਰਾ ਨਹੀਂ ਹੁੰਦਾ। ਜੇ ਤੁਸੀਂ ਗੈਪ ਦੇ ਵਿੱਚ ਕੋਈ ਨੌਕਰੀ ਕੀਤੀ ਹੈ, ਕੋਈ ਖੇਡ ਖੇਡੀ, ਪਾਰਟ ਟਾਈਮ ਜੌਬ ਦਾ ਐਕਸਪੀਰੀਅੰਸ ਹੈ, ਤੁਸੀਂ ਆਪਦੇ ਕੰਮ ਦੇ ਵਿੱਚ ਟਾਈਮ ਪਾਸ ਕੀਤਾ, ਤੁਸੀਂ ਸਕੂਲ ਦੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਈਆਂ ਵਾ, ਤੁਹਾਡੇ ਮਾਤਾ ਪਿਤਾ ਦਾ ਆਪ ਦਾ ਕੋਈ ਕਾਰੋਬਾਰ ਸੀਗਾ, ਉਹਦੇ 'ਚ ਉਹਨਾਂ ਦੀ ਹੈਲਪ ਕਰਦੇ ਹੋ, ਇੱਦਾਂ ਦੇ ਸਾਰੇ ਰੀਜ਼ਨਾਂ ਦੇ ਨਾਲ ਗੈਪ ਪੂਰਾ ਹੋ ਜਾਂਦਾ। 10 ਸਾਲ ਦੇ ਗੈਪ ਦੇ ਨਾਲ ਵੀ ਵੀਜ਼ਾ ਲਿੱਤਾ ਜਾ ਸਕਦਾ। ਅਸੀਂ ਬਹੁਤ ਸਾਰੇ ਬੱਚਿਆਂ ਨੂੰ ਆਲਰੇਡੀ ਵੀਜ਼ਾ ਲੈ ਕੇ ਦੇ ਚੁੱਕੇ ਹਾਂ। ਮੈਂ ਅਗਲੇ ਚੰਦ ਮਿੰਟ ਤੁਹਾਡੇ ਨਾਲ ਆ, ਅਸੀਂ ਗੈਪ ਦੀ ਹੀ ਗੱਲ ਕਰਾਂਗੇ ਅਤੇ ਗੈਪ ਨਾਲ ਰਿਲੇਟਡ ਜਿੰਨੇ ਵੀ ਤੁਹਾਡੇ ਸਵਾਲ ਨੇ, ਮੈਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਆਪਦੇ ਸਵਾਲ ਲਿਖ ਸਕਦੇ ਜੇ। ਇਹ ਲਾਈਵ ਇਹ ਡੈਡੀਕੇਸ਼ਨ ਹੈ ਤੁਹਾਨੂੰ ਸਾਰਿਆਂ ਨੂੰ, ਤੁਸੀਂ ਇੰਸਪਾਇਰਡ ਕਰਦੇ ਹੋ ਮੈਨੂੰ ਰੋਜ਼, ਅਤੇ ਅੱਜ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਨਾਲ ਦੀ ਨਾਲ ਮੇਰਾ ਟੌਪਿਕ ਇਹ ਹੋਏਗਾ ਕਿ 10 ਸਾਲ ਦੇ ਗੈਪ 'ਤੇ ਵੀਜ਼ਾ ਕਿੱਦਾਂ ਲਵਾਉਣਾ। ਮੋਹਾਲੀ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਇੱਕ ਸਟੂਡੈਂਟ ਪਿਛਲੇ 12 ਸਾਲਾਂ ਤੋਂ ਬਤੌਰ ਨਰਸ ਦਾ ਕੰਮ ਕਰ ਰਿਹਾ ਸੀਗਾ। ਸਟੂਡੈਂਟ ਕਵਾਂਗੇ ਸਾਡੇ ਲਈ, ਕਿਉਂਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ। ਇੱਕ ਲੇਡੀ ਜੋ ਕਿ ਐਜ਼ ਏ ਸਟਾਫ ਨਰਸ ਕੰਮ ਕਰਦੀ ਸੀ ਮੋਹਾਲੀ ਫੋਰਟਿਸ ਹਸਪੀਟਲ ਦੇ ਵਿੱਚ, 12 ਸਾਲ ਹੋ ਗਏ ਸੀ ਉਹਨਾਂ ਨੂੰ ਐਜ਼ ਏ ਸਟਾਫ ਨਰਸ ਕੰਮ ਕਰਦਿਆਂ ਹੋਇਆਂ। ਜਦੋਂ ਸਾਡੇ ਕੋਲ ਉਹ ਆਏ, ਉਹਨਾਂ ਨੂੰ ਵੀ ਡਾਊਟ ਸੀ ਕਿ ਨਹੀਂ, ਸਟੱਡੀ ਵੀਜ਼ਾ ਤਾਂ ਮੇਰਾ ਨਹੀਂ ਲੱਗ ਸਕਦਾ। 12 ਸਾਲ ਜਿਨ੍ਹਾਂ ਨੇ ਹਸਪੀਟਲ 'ਚ ਨੌਕਰੀ ਕੀਤੀ ਸੀ, ਜਦੋਂ ਅਸੀਂ ਉਹਨਾਂ ਦੇ ਐਪਲੀਕੇਸ਼ਨ ਰਿਲੇਟਿਡ ਕੋਰਸ ਦੇ ਨਾਲ ਪਾਈ, ਨਰਸਿੰਗ ਦੇ ਕੋਰਸ ਦੇ ਨਾਲ ਪਾਈ, ਤਾਂ ਉਹਨਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਕਿਉਂ ਮਿਲਿਆ ਇਹ ਵੀਜ਼ਾ? ਕਿਉਂਕਿ ਪਿਛਲੇ 12 ਸਾਲ ਤੋਂ ਉਹ ਇੱਕ ਫੀਲਡ ਦੇ ਵਿੱਚ ਨੌਕਰੀ ਕਰ ਰਹੇ ਸੀਗੇ। ਬਹੁਤ ਵਾਰ ਉਹਨਾਂ ਨੇ ਟਰਾਈ ਕੀਤਾ ਕਿ ਵਿਜ਼ਟਰ ਵੀਜ਼ਾ ਮਿਲ ਜਾਵੇ, PR ਮਿਲ ਜਾਵੇ, ਬੈਂਡ ਨਹੀਂ ਸੀ ਆ ਰਹੇ, ਕਿਉਂਕਿ ਜੇ PR ਪਾਣੀ ਹੈ ਤਾਂ 7 ਬੈਂਡ ਚਾਹੀਦੇ ਹੈ, 7 ਈਚ ਬੈਂਡ ਨਹੀਂ ਸੀ ਆ ਰਹੇ। ਵਿਜ਼ਟਰ ਵੀਜ਼ੇ ਦਾ ਪ੍ਰੋਵਾਈਲ ਨਹੀਂ ਸੀ, ਕੈਨੇਡਾ ਜਾਣਾ ਚਾਹੁੰਦੇ ਸੀ। ਸਟੱਡੀ ਵੀਜ਼ਾ 'ਤੇ ਅਸੀਂ ਉਹਨਾਂ ਦਾ ਕੇਸ ਲਿਆ। ਚੰਦ ਦਿਨ ਪੁਰਾਣੀ ਗੱਲ ਹੈ, ਸ਼ਾਇਦ 10 12 15 ਦਿਨ ਹੋ ਗਏ ਇਸ ਚੀਜ਼ ਨੂੰ। ਇੱਕ ਸਟੂਡੈਂਟ ਜਿਹਨੇ 2010 ਦੇ ਵਿੱਚ +2 ਕੀਤੀ ਸੀ, 2010 'ਚ +2 ਕੀਤੀ, ਅੱਜ 2021 ਦੇ ਵਿੱਚ ਉਹਨੂੰ ਵੀਜ਼ਾ ਮਿਲਿਆ। 11 ਸਾਲ ਹੋ ਗਏ ਪੜ੍ਹਾਈ ਛੱਡੀ ਨੂੰ, ਫਿਰ ਵੀ ਉਹਨੂੰ ਵੀਜ਼ਾ ਮਿਲ ਗਿਆ। ਕਿਉਂ? ਉਹ ਬੱਚਾ ਵੱਖਰੀਆਂ ਜਗ੍ਹਾ 'ਤੇ ਨੌਕਰੀ ਕਰਦਾ ਸੀਗਾ। ਤੁਸੀਂ ਆਪਦੇ ਕਮੈਂਟ ਦੇ ਵਿੱਚ ਸਵਾਲ ਲਿਖ ਸਕਦੇ ਜੇ, ਮੈਂ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ। ਮੇਰੇ ਕੋਲ ਕੈਨੇਡਾ PT ਚੱਲ ਜਾਏਗਾ। ਹਾਂਜੀ, ਡਿਊਰਿੰਗ ਦਾ ਕੋਵਿਡ PT ਨੂੰ ਵੀ ਮਾਨਤਾ ਮਿਲ ਗਈ ਹੈ, ਅਤੇ PT ਦੇ ਬੇਸ 'ਤੇ ਵੀ ਤੁਸੀਂ ਕੈਨੇਡਾ ਦੀ ਫਾਈਲ ਲਗਾ ਸਕਦੇ ਜੇ। ਮੇਰਾ ਵੀਜ਼ਾ ਲੱਗ ਸਕਦਾ, ਸਾਰਿਆਂ ਦਾ ਲੱਗੇਗਾ ਜੀ। सर मेरे पापा आपके ऑफिस विज़िट करके गए थे और मेरे हस्बैंड भी। शुभम ठाकुर जी हाँ, आपके केस में क्या दिक्कत है कि आपके पापा भी आए थे और आपके हस्बैंड भी आए थे हमारे पास। यू बोथ वांट टू गो टुगेदर। आपको इकट्ठे जाना है, इकट्ठे जाने के लिए पब्लिक कॉलेज में एप्लीकेशन डालते हैं, और जो आपके बैंड हैं उसके अकॉर्डिंगली आपके वीज़ा के रिफ्यूज़ होने के चांस बहुत ज़्यादा है, इसलिए आपको मना किया गया था। मेरी टीम ने भी आपको कन्वे कर दिया होगा कि अगर आप जाना चाहते हैं अपने हस्बैंड के साथ तो आपको आइल्स एक बार दोबारा करनी पड़ेगी। आप आइल्स दोबारा कर लीजिए। बाकी शुभम के पास मेरा नंबर है, उनको बोलना ना मुझे कॉल कर लें। नेक्स्ट इज़ हाउ टू स्टडी PBSc नर्सिंग अब्रॉड। देर आर लॉट ऑफ स्कूल्स कॉलेजेस ऑफ रिलेटेड टू नर्सिंग। नर्सिंग से रिलेटेड बहुत सारे ऐसे स्कूल्स हैं जिनमें एडमिशन मिल जाती है, तो दाखिला भी हो जाता है, ऐसी कोई प्रॉब्लम नहीं है। आपको सिर्फ ईमानदारी से अप्लाई करना है। और जितने भी लोग हैं आप अपना सवाल लिख सकते हैं। तुसी ऑफिस अप्लाई नहीं करते
ਤੁਸੀਂ ਆਪ ਦਾ ਸਵਾਲ ਮੈਨੂੰ ਲਿਖ ਸਕਦੇ ਜੇ। ਬਾਕੀ ਨੰਬਰ ਤੁਹਾਨੂੰ ਉੱਤੇ ਦਿੱਤਾ ਹੋਇਆ, ਇਸ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਲਓ। ਤੁਸੀਂ ਮੈਨੂੰ ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ ਜਿੱਥੇ ਵੀ ਮਿਲਣਾ ਚਾਹੁੰਦੇ ਹੋ, ਅਪਾਇੰਟਮੈਂਟ ਬਣਾ ਕੇ ਤੁਸੀਂ ਮਿਲ ਸਕਦੇ ਹੋ। I have a criminal case, IPC 420. Should I get visa or not? Rao Sahab, once you have a case, you have to clear that case. ਜਦੋਂ ਤੱਕ ਤੁਹਾਡੇ ਉੱਤੇ ਕ੍ਰਿਮੀਨਲ ਚਾਰजेस ਨੇ, ਤੁਸੀਂ ਅਪਲਾਈ ਨਹੀਂ ਕਰ ਸਕਦੇ। पीटी बेस ਤੇ ਕੈਨੇਡਾ ਦਾ ਵੀਜ਼ਾ ਹਾਂਜੀ ਲੱਗ ਸਕਦਾ। ਆਫਟਰ ਗ੍ਰੈਜੂਏਸ਼ਨ ਇੰਗਲੈਂਡ का ਵੀਜ਼ਾ ਨਹੀਂ, ਵੀ ਡੋਂਟ ਡੀਲ ਇਨ ਇੰਗਲੈਂਡ। ਸਰ ਕੈਨੇਡਾ ਲਈ ਪੀਟੀ ਚੱਲਦੀ ਹੈ, ਹੈਰੀ ਜੀ ਪੁੱਛ ਰਹੇ ਨੇ ਜੀ, ਚੱਲ ਰਹੀ ਹੈ। ਸਰ ਮੌਂਟਰੀਅਲ ਦੇ ਵੀਜ਼ਾ ਕਦੋਂ ਸਟਾਰਟ ਹੋਣਗੇ? ਜ਼ੈਲਦਾਰ, ਮਿਸਟਰ ਜ਼ੈਲਦਾਰ, ਸੌਰੀ ਟੂ ਸੇ, ਸੌਰੀ ਤੈਨੂੰ ਮਾੜੇ ਵੀ ਲੱਗੇਗਾ ਕਿ ਜਿਨ੍ਹਾਂ ਨੇ ਮੌਂਟਰੀਅਲ ਦੇ ਫਾਈਲਾਂ ਲਾਈਆਂ ਹੋਈਆਂ, ਚਾਂਸਿਸ ਬਹੁਤ ਘੱਟ ਨੇ ਪਹਿਲਾਂ ਤਾਂ ਤੁਹਾਨੂੰ ਕੋਈ ਰਿਜ਼ਲਟ ਮਿਲੇਗਾ। ਫਾਈਲਾਂ ਲੰਬੇ ਸਮੇਂ ਤੋਂ ਹੋਲਡ 'ਤੇ ਚੱਲ ਰਹੀਆਂ, ਔਰ ਜਦੋਂ ਤੱਕ ਇਨਵੈਸਟੀਗੇਸ਼ਨ ਖਤਮ ਨਹੀਂ ਹੋ ਜਾਂਦੀ, ਲੰਬੇ ਸਮੇਂ ਲਈ ਹੋਲਡ 'ਤੇ ਹੀ ਰਹਿਣਗੀਆਂ। ਜਿਨ੍ਹਾਂ ਨੇ ਮੌਂਟਰੀਅਲ ਦੇ ਕੇਸ ਲਗਾਏ ਹੋਏ ਆ, ਉਹਨਾਂ ਨੂੰ ਰਿਕੁਐਸਟ ਇਹ ਹੈ ਕਿ ਆਪ ਦਾ ਕਾਲਜ ਕੋਰਸ ਚੇਂਜ ਕਰਕੇ ਕਿਸੇ ਹੋਰ ਕਾਲਜ 'ਚ ਅਪਲਾਈ ਕਰ ਲਓ। ਜਿਨ੍ਹਾਂ ਕਾਲਜਿਸ ਦੀ ਇਨਕੁਆਇਰੀ ਚੱਲਦੀ ਪਈ ਹੈ, ਇਨਵੈਸਟੀਗੇਸ਼ਨ ਹੋ ਰਹੀ ਹੈ, ਬਹੁਤ ਘੱਟ ਚਾਂਸ ਹੈ ਕਿ ਉੱਥੋਂ ਤੁਹਾਨੂੰ ਵੀਜ਼ਾ ਮਿਲੇਗਾ। ਪ੍ਰੋਸੈਸਿੰਗ ਦੇ ਵਿੱਚ ਨਹੀਂ ਹੈਗੀਆਂ ਫਾਈਲਾਂ ਮੌਂਟਰੀਅਲ ਵਾਲੀਆਂ, ਇਸ ਕਰਕੇ ਆਪਣਾ ਕਾਲਜ ਕੋਰਸ ਚੇਂਜ ਕਰ ਲਓ ਤਾਂ ਕੈਨੇਡਾ ਜਾਣ ਦਾ ਸੁਪਨਾ ਪੂਰਾ ਹੋ ਸਕਦਾ। ਜਤਿੰਦਰ ਮਾਧਾ ਜੀ ਲਿਖਦੇ ਨੇ, ਆਈ ਹੈਵ ਅ ਗੈਪ ਆਫ ਸਟੱਡੀ 13 ਈਅਰ, ਇਜ਼ ਇਟ ਪੋਸੀਬਲ? ਯੈਸ ਜਤਿੰਦਰ ਜੀ, ਇਟ ਇਜ਼ ਵੈਰੀ ਮਚ ਪੋਸੀਬਲ। ਪੂਰੀ ਬਾਹ ਲਾ ਦੇਵਾਂਗੇ, ਇੱਕ ਵਾਰ ਤੁਸੀਂ ਮਿਲੋ ਸਾਨੂੰ, ਇਹਨਾਂ ਦੱਸੋ ਤੁਸੀਂ ਇਹ 13 ਸਾਲਾਂ 'ਚ ਕੀਤਾ ਕੀ ਹੈ। ਤੁਹਾਡੇ ਕੋਲ ਰੈਲੇਵੈਂਟ ਪ੍ਰੂਫ ਹੋਣੇ ਚਾਹੀਦੇ ਆ ਕਿ ਤੁਸੀਂ ਨੌਕਰੀ ਕੀਤੀ ਆ, ਬਿਜ਼ਨਸ ਕੀਤਾ, ਤੇ ਵੀਜ਼ੇ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ। Is Toronto visa started? Yes, we recently got direct PPR requests. ਟੋਰਾਂਟੋ, ਵੈਨਕੂਵਰ ਦੇ ਕਾਲਜਾਂ ਦੀਆਂ ਰਿਕੁਐਸਟ ਆ ਰਹੀਆਂ, ਕੋਈ ਦਿੱਕਤ ਨਹੀਂ ਹੈ। ਨੈਕਸਟ ਨੀਤੀ ਚਨਾਨਾ, सर 5 ईयर्स गैप चलेगा वीज़ा? यस चल जाएगा जी, कोई दिक्कत नहीं। हिंदी या इंग्लिश में बताइए। हाँ जी, हिंदी में सुन लीजिए। जिन भाइयों बहनों का 10 साल का पढ़ाई का गैप है, पढ़ाई छोड़े हुए आपको टाइम हो चुका है, बट उसके आपके पास कोई प्रूफ है, आप कोई नौकरी करते हैं, आप कारोबार करते हैं, तो आप गैप के साथ भी कनाडा की फ़ाइल लगा सकते हैं। हेलो सर, मेरा आस्ट्रेलिया का वीज़ा 2 बार रिफ्यूज़ हो गया। एक बार तो बाद लगती नहीं फाइल, ना अप्लाई करियो, क्योंकि आस्ट्रेलिया दे विच री अप्लाई का कल्चर नहीं हैगा। आस्ट्रेलिया रिफ्यूज़ हो गया, चांसिस बहुत घट ने कि दोबारा तुहानूं वीज़ा देंगे। कैनेडा विद पीटी ओवरऑल 6 बैंड प्लस 2 ईयर्स गैप, कोई दिक्कत नहीं, हरजीत जी अप्लाई कर सकते हो। ਤੁਹਾਡੇ ਆਫਿਸ ਤੋਂ 13 ਨਵੰਬਰ ਨੂੰ ਅਪਲਾਈ ਕੀਤਾ ਸੀ ਟੋਰਾਂਟੋ ਦਾ, ਤੇ ਕੋਈ ਰਿਪਲਾਈ ਨਹੀਂ ਹੈ। ਵੇਟ ਕਰ ਲਓ, ਸਾਰੇ ਪੋਜ਼ਿਟਿਵ ਰਿਪਲਾਈ ਆ ਰਹੇ ਹੈ। ਵਿਦ ਦ ਨੈਕਸਟ ਕਪਲ ਆਫ ਡੇਜ਼ ਦੇ ਵਿੱਚ ਤੁਹਾਨੂੰ ਪੋਜੀਸ਼ਨ ਤੁਹਾਨੂੰ ਮਿਲ ਜਾਏਗਾ। ਗੁਰਜੋਤ ਕਿਊਬਿਕ ਦਾ ਸਰ ਬਣੂ ਕੁਝ ਕਿ ਨਹੀਂ? ਬਿਲਕੁਲ ਨਹੀਂ ਬਣੇਗਾ, ਬਿਲਕੁਲ ਵੀ ਨਹੀਂ ਕੁਝ ਬਣੇਗਾ, ਕਿਉਂਕਿ ਇੱਕ ਸਿਸਟਮ ਨੂੰ ਜਦੋਂ ਅਬਿਊਜ਼ ਕੀਤਾ ਜਾਂਦਾ ਤੇ ਗਵਰਨਮੈਂਟ ਉਹ ਸਿਸਟਮ ਬੰਦ ਕਰ ਦਿੰਦੀ ਹੈ। ਭਾਜੀ ਟੋਟਲ ਕਿੰਨਾ ਲੱਗਣਾ ਮੌਂਟਰੀਅਲ ਵੀਜ਼ਾ? ਜਿਹੜੇ ਤੁਸੀਂ $5000 ਕਿਹਾ, ਟੋਟਲ ਕਿੰਨਾ ਲੱਗੇਗਾ? $5000 ਇਜ਼ ਏ ਕਾਲਜ ਫੀਸ। ਕਾਲਜ ਦੀ ਫੀਸ ਹੈ $5000 ਪੜ੍ਹਾਈ ਦੀ। ਇਹ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਓਵਰਆਲ 5.5 ਇਜ਼ ਪੋਸੀਬਲ ਫॉर ਕੈਨੇਡਾ? ਜੀ ਪੋਸੀਬਲ ਹੈ ਜੇ ਤੁਹਾਡੇ 12ਵੀਂ ਦੇ ਵਿੱਚ 70% ਨੰਬਰ ਹੈ, ਅੰਗਰੇਜ਼ੀ ਪੜ੍ਹਨ ਦਾ ਵੀਜ਼ਾ ਮਿਲਦਾ। 5.5 in 2 modules and national open board. There will be no issue with the NIOS board. ਤੁਸੀਂ NIOS board ਦੇ ਨਾਲ ਫਾਈਲ ਲਗਾ ਸਕਦੇ ਹੋ। 2 ਚੋਂ 5.5 ਵੀ ਕੋਈ ਦਿੱਕਤ ਨਹੀਂ। ਹਾਂ, ਪਰਸੈਂਟੇਜ ਜ਼ਰੂਰ 60% ਹੋਣੀ ਚਾਹੀਦੀ ਹੈ। ਸਰ 10th ਵਾਲਾ ਵੀਜ਼ਾ ਮੈਨੂੰ ਮਿਲ ਜੂਗਾ? ਜਿਨ੍ਹਾਂ ਨੇ 10th ਕੀਤੀ ਹੈ ਉਹਨਾਂ ਵਾਸਤੇ ਵੀ ਕੋਰਸ ਹੈਗੇ ਆ ਜਿਹਦੇ ਬੇਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ। 2 modules 5.5 2-time rejection. If you have 6 band overall with 5.5, 1 or 2, with 60% marks in 10+2, then you can apply. Next, ਤੁਸੀਂ ਆਪਦੇ ਸਵਾਲ ਲਿਖੀ ਜੋ ਹੈਗੇ ਆ, ਅੱਜ ਆਪਾਂ ਸਾਰਿਆਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
ਸਰ 4 ਸਾਲ ਦਾ ਗੈਪ ਪੂਰਾ ਹੋ ਜਾਏਗਾ ਜੀ। ਵਿਦਆਊਟ ਆਇਲਸ ਨਹੀਂ, ਹਜੇ ਨਹੀਂ। 2.5 ਲੱਖ ਦੀ ਪ੍ਰੋਸੈਸ 2.5 ਲੱਖ ਰੁਪਇਆ ਬੇਸਿਕਲੀ ਅਸੀਂ $5,000 ਨੂੰ ਕਹਿੰਦੇ ਆ। ਅੱਜ ਜੋ ਡਾਲਰ ਦਾ ਰੇਟ ਹੈ ਉਹਦੇ ਹਿਸਾਬ ਨਾਲ ਇਹ 270 275 ਵੀ ਬਣ ਜਾਂਦਾ, ਕਿਸੇ ਵੇਲੇ 280 ਵੀ ਬਣ ਜਾਂਦਾ। ਬੇਟਾ ਕਬ ਚਾਹੇ ਲਿਖੇ ਜੀ। ਤੋ 2.5 ਲੱਖ ਰੁਪਈਆ ਜਿਹੜਾ ਅਸੀਂ ਪ੍ਰਮੋਸ਼ਨ ਕਰਦੇ ਹਾਂ, ਬੇਸਿਕਲੀ ਇਹ $5,000 ਹੁੰਦੇ ਆ, ਔਰ ਇਹ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੁੰਦੇ ਆ। ਹੀ ਲੈਂਦੇ ਆ ਇਹਦੇ ਵਿੱਚ। ਰਿਫਿਊਜ਼ ਵਾਲੇ ਕੇਸਿਸ ਇਸ ਪ੍ਰਾਈਸ 'ਤੇ ਨਹੀਂ ਹੁੰਦੇ। ਸਿਵਲ ਇੰਜੀਨੀਅਰਿੰਗ ਆਸਟ੍ਰੇਲੀਆ 'ਚ ਕਿਵੇਂ ਰਹਿੰਦਾ? ਬਹੁਤ ਵਧੀਆ ਰਹਿੰਦਾ ਜੀ। ਆਸਟ੍ਰੇਲੀਆ ਪੜ੍ਹਨ ਲਈ ਜੇ ਜਾਣਾ ਤਾਂ ਯੂਨੀਵਰਸਿਟੀ 'ਚ ਦਾਖਲਾ ਲੈਣਾ ਪੈਣਾ। ਉਹਦੇ ਲਈ ਬੜੇ ਜ਼ਿਆਦਾ ਪੈਸੇ ਚਾਹੀਦੇ ਆ। 3-4 ਸਾਲ ਦੀ ਬੈਚਲਰ। ਤੁਹਾਡੇ ਮਾਤਾ ਪਿਤਾ ਕੋਲ 50-60 ਲੱਖ ਰੁਪਏ ਦਾ ਬਜਟ ਹੋਣਾ ਚਾਹੀਦਾ। ਆਫਟਰ ਗ੍ਰੈਜੂਏਸ਼ਨ ਓਵਰਆਲ 6 ਬੈਂਡ ਹੋਣ ਲੱਗ ਜਾਏਗੀ। ਯੈਸ ਵੀ ਕੈਨ ਟਰਾਈ ਜੀਨਤ। ਟੋਰਾਂਟੋ ਵੀਜ਼ਾ ਖੁੱਲ੍ਹ ਗਏ ਆ ਜੀ। ਹਾਂਜੀ ਖੁੱਲ੍ਹ ਗਏ ਆ ਜੀ। ਟਰੂਡੋ ਸਾਹਿਬ ਨੇ ਆਲਰੇਡੀ ਨੇਰੀਆਂ ਲਿਆਤੀਆਂ। 75 ਪੁਆਇੰਟ 'ਤੇ ਬੱਚਿਆਂ ਨੂੰ PR ਮਿਲੀ ਹੈ। ਸੋ ਸਾਲ 2021 ਦੀ ਜਿਹੜੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ। ਇਮੀਗ੍ਰੇਸ਼ਨ ਮੈਟਰ 'ਚ ਬਹੁਤ ਵਧੀਆ ਨਿਊਜ਼ ਸਾਹਮਣੇ ਆਈਆਂ ਅਤੇ ਲੱਗਦਾ ਵਾ ਕਿ ਸਾਲ 2021 ਇਮੀਗ੍ਰੇਸ਼ਨ ਦੇ ਨਾਮ ਹੋਏਗਾ। ਹੋਟਲ ਮੈਨੇਜਮੈਂਟ ਡਿਪਲੋਮਾ ਕੀਤਾ ਹੋਇਆ ਸਰ, ਪਲੀਜ਼ ਵਰਕ ਬੇਸ ਹੋ ਸਕਦਾ। ਅਸੀਂ ਕੋਈ ਵੀ ਵਰਕ ਵੀਜ਼ਾ ਦਾ ਕੰਮ ਨਹੀਂ ਕਰਦੇ, ਇਸ ਕਰਕੇ ਤੁਸੀਂ ਇਹਦੇ ਕੋਈ ਨਾਲ ਰਿਲੇਟਡ ਮੇਰੇ ਕੋਲ ਸਵਾਲ ਨਾ ਪੁੱਛੋ, ਕਿਉਂਕਿ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ। ਟੋਰਾਂਟੋ ਵੀਜ਼ਾ ਖੁੱਲ੍ਹ ਗਏ ਨੇ ਜੀ। ਹਾਂਜੀ ਖੁੱਲ੍ਹ ਗਏ ਨੇ ਜੀ। +2 2014 60%। ਉਸ ਤੋਂ ਬਾਅਦ ਜੋਬ ਕੀਤੀ ਹੈ, ਕੁਝ ਹੋ ਸਕਦਾ ਜੀ, ਜ਼ਰੂਰ ਹੋ ਸਕਦਾ। ਤੁਸੀਂ 6 ਬੈਂਡ ਆਇਲਸ 'ਤੇ ਲੈ ਕੇ ਆਓ, ਬਾਕੀ ਕੰਮ ਸਾਡਾ। +2 ਆਰਟਸ 'ਚ ਕਿੰਨੇ ਮਾਰਕਸ ਚਾਹੀਦੇ ਨੇ? ਪਾਸ ਵੀ ਹੋ ਜਾਓ ਜੀ ਤਾਂ ਵੀ ਬਹੁਤ ਹੈ, ਕੋਈ ਗੱਲ ਨਹੀਂ। 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਮੇਰੇ ਵੀ ਕੋਈ ਬਹੁਤੇ ਵਧੀਆ ਨੰਬਰ ਨਹੀਂ ਸੀਗੇ, ਅਤੇ ਜੇਕਰ ਪਾਸ ਵੀ ਹੈਗੇ ਹੋ, 6 ਬੈਂਡ ਹੈਗੇ ਆ, ਆਓ ਆਪਾਂ ਹੱਲ ਕੱਢਾਂਗੇ ਕੋਈ ਨਾ ਕੋਈ। 5 ਸਾਲ ਦਾ ਗੈਪ ਹੈ ਕੈਨੇਡਾ ਕੇ लिए। यस इट विल बी डन। 10ਵੀਂ ਵਾਲੇ ਬੱਚੇ ਵੀ ਜਾ ਸਕਦੇ। MBA ਕੀਤੀ ਨੂੰ 1 ਈਅਰ ਹੋ ਗਿਆ ਜੀ। ਕਿੰਨੇ ਬੈਂਡ ਚਾਹੀਦੇ ਨੇ ਫॉर ਕੈਨੇਡਾ? 6.5 ਬੈਂਡ ਚਾਹੀਦੇ ਨੇ। 6 ਬੈਂਡ भी आ जूगे ਤਾਂ ਕਿਸੇ प्राइवेट कॉलेज से दाखिला हो जाएगा। सर मैंने आपके वहाँ से फाइल लगाई थी, रिफ्यूज़ल हो गया, बाद लीव नहीं करोगे? कोई बात नहीं जया मेहता जी, आप अपने काउंसलर से बात कीजिए। हमारे भी वीज़े रिफ्यूज़ होते हैं, हमारे भी सारे वीज़े नहीं लगते। तो कोरोना का टाइम चल रहा है, कई तरह की प्रॉब्लम्स होती है। हो सकता है कई बार मैसी को नहीं एक बार में क्लियर होता, तो हम लोग दोबारा अप्लाई करके आपका वीज़ा ले लेंगे। सर ओवरऑल 6 बैंड 2 years गैप +2 विद आर्ट्स फॉर कैनेडा इज़ एलिजिबल। यस हरजीत ਗਿੱਲ ਜੀ, ਵੈਰੀ ਮੱਚ ਪੋਸੀਬਲ। ਤੁਸੀਂ ਮੈਨੂੰ ਪਰਸਨਲ ਮਿਲੋ ਆ ਕੇ, ਜਿਨ੍ਹਾਂ ਨੂੰ ਵੀ ਲੱਗਦਾ ਨਾ ਕਿ ਤੁਹਾਡੇ ਕੇਸ ਕੰਪਲੀਕੇਟਡ ਨੇ, ਤੁਹਾਡੇ ਬੈਂਡ ਨਹੀਂ ਆ ਰਹੇ, 2 4 5 ਵਾਰੀ ਰਿਫਿਊਜ਼ ਹੋ ਗਿਆ, ਨੰਬਰ ਘੱਟ ਨੇ, ਤੁਸੀਂ ਪਰਸਨਲੀ ਮੇਰੇ ਨਾਲ ਡਿਸਕਸ ਕਰਨਾ ਹੈ। ਜਿਨ੍ਹਾਂ ਦੇ ਵੀ ਵੀਜ਼ੇ ਰਿਫਿਊਜ਼ ਹੋਏ ਨਾ, ਇੱਕ ਵਾਰ ਮੈਨੂੰ ਮਿਲੋ, ਮੈਂ ਤੁਹਾਨੂੰ ਦੱਸੂਗਾ ਸਭ ਤੋਂ ਪਹਿਲਾਂ ਕਿ ਤੁਹਾਡੇ ਅੰਦਰ ਕਮੀ ਕੀ ਸੀ। ਇਲਾਜ ਉਸੇ ਬਿਮਾਰੀ ਦਾ ਹੁੰਦਾ ਜਿਹੜੀ ਬਿਮਾਰੀ ਪਹਿਲਾਂ ਪਤਾ ਲੱਗ ਜਾਵੇ ਕਿ ਤੁਹਾਨੂੰ ਹੋਇਆ ਕੀ ਹੈ। ਸਾਡੀ ਜੌਬ ਹੈ ਅਸੀਂ ਸਭ ਤੋਂ ਪਹਿਲਾਂ ਡਾਇਗਨੋਸ ਕਰਨਾ, ਵੇਅਰ ਇਜ਼ ਦਾ ਪ੍ਰੋਬਲਮ। ਤੁਹਾਨੂੰ ਵੀਜ਼ਾ ਕਿਉਂ ਨਹੀਂ ਮਿਲਿਆ, ਇਸ ਚੀਜ਼ ਦਾ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਪਲਾਈ ਕਰਨਾ ਤਾਂ ਸੌਖਾ ਹੀ ਹੈ ਨਾ, ਜਿੱਥੋਂ ਤੁਸੀਂ ਪਹਿਲਾਂ ਅਪਲਾਈ ਕੀਤਾ ਤੁਹਾਡੀ ਆਫਰ ਲੈਟਰ ਵੀ ਆਈ ਪਈ ਹੈ, GIC ਵੀ ਹੈਗਾ, ਅਤੇ ਜੇ ਰਿਫਿਊਜ਼ ਹੋ ਗਿਆ ਤਾਂ ਕੋਈ ਨਹੀਂ, ਦੁਬਾਰਾ ਵੀ ਅਪਲਾਈ ਹੋ ਜਾਏਗਾ। ਕਿੰਨਾ ਟਾਈਮ ਲੱਗੇਗਾ? 10 15 20 ਮਿੰਟ ਲੱਗਣਗੇ। ਪਹਿਲਾਂ ਇਹ ਜਾਣਨਾ ਕਿ ਇਹ ਵੀਜ਼ਾ ਰਿਫਿਊਜ਼ ਕਿਉਂ ਹੋਇਆ, ਫਿਰ ਦੁਬਾਰਾ ਅਪਲਾਈ ਕਰਨਾ। ਤੁਸੀਂ ਸਾਡੇ ਕੋਲ ਵੀ ਅਪਲਾਈ ਕੀਤਾ ਹੋਇਆ ਵਾ, ਸਾਡੇ ਕੋਲੋਂ ਵੀ ਵੀਜ਼ਾ ਤੁਹਾਡਾ ਰਿਫਿਊਜ਼ ਹੋਇਆ ਵਾ, ਸਾਡੇ ਕੋਲ ਦੁਬਾਰਾ ਅਪਲਾਈ ਕਰਨਾ ਵਾ। ਸਾਨੂੰ ਪਹਿਲਾਂ ਪੁੱਛੋ, ਅਸੀਂ ਤੁਹਾਨੂੰ ਦੱਸਾਂਗੇ ਕਿ ਵੇਅਰ ਇਜ਼ ਦਾ ਗੈਪ, ਹੁਣ ਇਹਨੂੰ ਪੂਰਾ ਕਿੱਦਾਂ ਕਰਨਾ। ਕਦੀ ਵੀ ਕੋਈ ਬੰਦਾ ਪੂਰਨ ਸਫਲ ਨਹੀਂ ਹੁੰਦਾ, ਕੁਝ ਨਾ ਕੁਝ ਕਮੀ ਹਰ ਇੱਕ ਇਨਸਾਨ 'ਚ ਰਹਿ ਜਾਂਦੀ ਹੈ। ਸਾਡੀਆਂ ਵੀ ਫਾਈਲਾਂ 'ਚ ਕਿਸੇ ਵੇਲੇ ਕਮੀ ਰਹਿ ਜਾਂਦੀ ਹੈ, ਬਟ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਵੀਜ਼ਾ ਮਿਲੇਗਾ। ਜਦੋਂ ਤੱਕ ਸਾਨੂੰ ਕੋਈ ਚੀਜ਼ ਪੋਜ਼ੀਟਿਵ ਨਜ਼ਰ ਆਉਂਦੀ ਹੈ, ਅਸੀਂ ਤਾਂ ਹੀ ਅਪਲਾਈ ਕਰਾਉਂਦੇ ਹਾਂ। ਜੇ ਬੈਂਡ ਹੀ ਹੈ ਨਹੀਂ ਤੁਹਾਡੇ ਕੋਲ, ਨੰਬਰ ਵੀ ਹੈ ਨਹੀਂ, ਫਿਰ ਬਾਰ-ਬਾਰ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ। ਮੈਂ ਸ਼ਰਤ ਲਾਉਣ ਨੂੰ ਤਿਆਰ ਹਾਂ ਜੀ। ਹੋਰ ਦੱਸੋ ਤੁਸੀਂ, ਇਫ ਐਨੀਵਨ ਹੈਵ ਅ ਡਾਊਟ ਕਿ ਮੇਰਾ 100% ਵੀਜ਼ਾ ਕਿੱਦਾਂ ਆਏਗਾ, ਮੇਰੇ ਨਾਲ ਸ਼ਰਤ ਲਾਓ, ਮੈਂ ਲਵਾ ਕੇ ਦਊਂਗਾ ਵੀਜ਼ਾ। ਹਾਂ, ਤੁਹਾਨੂੰ ਜੋ ਕਾਗਜ਼ ਮੈਂ ਕਹੂੰਗਾ ਤੁਹਾਨੂੰ ਮੈਨੂੰ ਦੇਣੇ ਪੈਣੇ ਹੈ। ਮੈਂ ਤੁਹਾਡੇ ਕਾਗਜ਼ ਫਰਜ਼ੀ ਨਹੀਂ ਬਣਾਉਣੇ। ਤੁਹਾਡੇ ਬੈਂਡ 6E 'ਚ ਹੈਗੇ ਹੈ,
ਨੰਬਰ ਤੁਹਾਡੇ ਚੰਗੇ, ਐਮਬੈਸੀ ਨੇ ਵੀਜ਼ਾ ਦੇ ਦੇਣਾ ਤੁਹਾਨੂੰ। ਸਾਡਾ ਰੋਜ਼ ਦਾ ਕੰਮ ਹੈ। 2 ਵਾਰ ਰਿਫਿਊਜ਼ ਹੈ, 4 ਵਾਰੀ ਰਿਫਿਊਜ਼ ਹੈ, 10 ਵਾਰੀ ਰਿਫਿਊਜ਼ ਹੈ, ਪਹਿਲਾਂ ਅਸੀਂ ਉਸ ਰਿਫਿਊਜ਼ਲ ਤੱਕ ਪਹੁੰਚਣਾ ਹੈ ਕਿ ਇਹ ਰਿਫਿਊਜ਼ਲ ਕਿਉਂ ਹੋ ਰਿਹਾ ਹੈ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਲੱਗ ਜਾਏਗਾ, ਉਹਦੇ ਤੋਂ ਬਾਅਦ ਹੀ ਅਪਲਾਈ ਕਰ ਪਾਵਾਂਗੇ। ਸੋ ਜਿੰਨੇ ਕੁ ਜਣੇ ਵੀ ਤੁਸੀਂ ਇਸ ਟਾਈਮ ਲਾਈਵ ਹੋ, ਤੁਸੀਂ ਆਪਦੇ ਸਵਾਲ ਲਿਖੋ ਜਾਂ ਤੁਸੀਂ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ, ਇਸ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਬਣਾਓ। ਅੰਚਲ ਲਿਖਦੇ ਨੇ, ਸਰ ਮੇਰਾ ਰਿਫਿਊਜ਼ਲ ਆਇਆ ਕਿਉਂਕਿ ਮੇਰੀ ਸਟੱਡੀ ਮੈਚ ਨਹੀਂ ਹੋਣੀ ਸੀ ਟੂ ਮਾਈ ਸਟੱਡੀ। ਹੁਣ मैं अगेन अप्लाई किया, कोर्स स्टडी से मैच है, वीज़ा आ जाएगा। ज़रूर आएगा अंचल, बी पॉजिटिव बेटा। अगर एक बार आपका रिफ्यूज़ हो गया ना तो उसको दोबारा अप्लाई करते हैं, यहाँ पे दोबारा अप्लाई करने से मिल जाता है। देखना क्या है कि क्या आप ये मानने के लिए तैयार हैं कि आपकी फ़ाइल में कोई कमी थी, आप कहीं ओवर कॉन्फिडेंट तो नहीं है। जैसे आपने लिखा कि पहले आपका कोर्स सही नहीं था, मैच नहीं करा, अभी आपने कोर्स सही ले लिया, ये कोई रॉकेट साइंस नहीं है। लोग अक्सर हौसला हार जाते हैं, मायूस हो जाते हैं, निराश हो जाते हैं, डिप्रेस्ड हो जाते हैं। कोई दुनिया नहीं लुट गई आपकी भैया, सब कुछ यहीं पे है अभी। इसलिए किसी भाई बहन का वीज़ा रिफ्यूज़ हुआ है, उसको हौसला दीजिए, हर बीमारी का इलाज होता है। अगर आपको किसी नॉर्मल डॉक्टर से इलाज नहीं हो पा रहा, आप स्पेशलिस्ट के पास जाते हैं, हॉस्पिटल में जाते हैं। अलग अलग तरीके से काम को करने के अलग अलग लोग होते हैं। हम सिर्फ रिफ्यूज़ल केसेस में डील करते हैं। आज की बात करूं, सुबह से शायद मैं 10 के लोगों को मिल चुका हूं जिनके रिफ्यूज़ हो चुके हैं। किसी का 2 बार है, किसी का 4 बार है। कहाँ पे गैप है? गैप कहाँ पे है? नकली कागज लगाया गया फाइल के अंदर, फर्जी एजुकेशनल गैप पूरा करने के लोग कोर्स बना लेते हैं, ISO सर्टिफाइड, डिप्लोमा इन मैनेजमेंट, डिप्लोमा इन फाइनेंशियल अकाउंटिंग, टैली, ऐसे ऐसे कोर्सों के नकली कागज बना लेते हैं। जब वीज़ा रिफ्यूज़ हो जाता है फिर कहते नहीं कोर्स तो हमारा रेलिवेंट था। याद रखिए, आपकी फ़ाइल के अंदर जो कागज़ लग रहा है उसकी जिम्मेदारी आपकी है, ये जिम्मेदारी किसी एजेंट की नहीं है। एक एजेंट अपना कर्म कर रहा है, उसने अपने बच्चे पालने हैं, वो कैसे भी करके आपकी फ़ाइल एम्बेसी में जमा करा रहा है। अगर फ़ाइल के अंदर कोई गलत कागज़ होता है तो उसके ज़िम्मेदार आप हैं। एक बार कागज़ लग गया, उसको निकालना, हटाना बहुत मुश्किल है। आपने आर्ट्स की पढ़ाई पढ़ी है, अकाउंट्स का डिप्लोमा आपने फर्जी लगा के अकाउंटिंग का कोर्स ले लिया कि रेलिवेंसी बन गई जी। अब आपको भी पता है कि वो कागज़ जो फाइल में लगाया कितना ऑथेंटिक है। इसलिए मेरी हम्बल रिक्वेस्ट है, कोई भी वीर, कोई भी भाई बहन, फाइल के अंदर कभी भी कोई नकली कागज़ मत लगाइए। आगे के सवाल लेते हैं जी। मेरी +2 है, 51%, क्या मेरा वीज़ा लग जाएगा? मनमीत सिंह मान पूछ रहे हैं। मनमीत सिंह जी, अगर आपके 40% नंबर भी हैं, अगर आप 12वीं में पास भी हैं तो भी आप कनाडा जा सकते हैं। बैंड कम से कम आपको 6 लेने पड़ेंगे। 6.5 बैंड, 5.5 इन राइटिंग, 74% इन नॉन मेडिकल 2020। यस सोडी जी, आप अप्लाई कर सकते हैं, कोई इशू नहीं है। अब आगे के सवालों पे चलते हैं। पीटी किवें कनाडा ਲਈ? पीटी ठीक है, क्योंकि आजकल पीटी की मार्किंग बहुत कम हो रखी है। जिनके 5.5 बैंड आइल्स में आते हैं, अगर वही बच्चा पीटी का एग्ज़ाम देता है, उसके 6 बैंड जितने बैंड आ जाते हैं। इसलिए पीटी को मैं उन बच्चों को रिकमेंड करता हूं जिनके बैंड इम्प्रूव नहीं हो पा रहे। स्टूडेंट वीज़ा में कनाडा कितने पैसे लगेंगे? कनाडा में कितने पैसे लगेंगे? कम से कम हम लोग $5,000 पे भेज रहे हैं, इसके साथ 10,000 का GIC लगेगा, टोटल $15,000 आपका एक्सपेंस आएगा। CDI कॉलेज दा वीज़ा दी पॉसिबिलिटी नहीं है भैया जी अभी, क्योंकि CDI कॉलेज उन 10 कॉलेजों में है जिनकी इन्वेस्टिगेशन चल रही है। सो इसलिए जो भी आपने करना है सोच समझ के करिए। फ़ीस के बाद कितने दिन में वीज़ा आ जाता है ऑस्ट्रेलिया का? ऑस्ट्रेलिया का वीज़ा 10 से 15 दिन में आ जाता है।
सर पीटी तो ब्राम्पटन च फाइल लग जाएगी, ब्राम्पटन में भी लग जाएगी, सरी में भी लग जाएगी। सर स्टूडेंट वीज़ा में कनाडा कितने पैसे लगेंगे? $15,000 लगेंगे। स्पाउस कट्ठे जाण बारे दसो। स्पाउस कट्ठे जा सकते ने, ਜਿਹੜਾ ਜਾਣ ਵਾਲਾ ਸਟੂਡੈਂਟ ਹੈ ਉਹਦਾ ਐਡਮਿਸ਼ਨ ਇੱਕ ਯੂਨੀਵਰਸਿਟੀ ਡਿਗਰੀ ਲਈ ਹੋਣਾ ਚਾਹੀਦਾ, ਤਾਂ ਸਪਾਊਸ ਇਕੱਠੇ ਚਲੇ ਜਾਂਦੇ ਨੇ। ਆਮ +2 ਐਂਡ 28 years old ਬਟ ਇੰਗਲਿਸ਼ ਇਜ਼ ਨਾਟ ਗੁੱਡ। ਮੋਟੀ ਜੀ ਬੈਂਡ ਤਾਂ 6 ਲੈਣੇ ਪੈਣਗੇ ਜੇ ਕੈਨੇਡਾ ਜਾਣਾ। ਭਾਜੀ ਐਕਸਪ੍ਰੈਸ ਐਂਟਰੀ ਦੇ ਜਨਰਲ ਡਰਾ ਕਦੋਂ ਸਟਾਰਟ ਹੋਣਗੇ? ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈ ਜੀ ਇਹਦੇ ਬਾਰੇ। ਬੀਟੈਕ ਸਿਵਲ ਕੀਤੀ ਹੋਈ ਹੈ, 6 year ਜੌਬ ਐਕਸਪੀਰੀਅੰਸ ਹੈ, ਵਰਕ ਵੀਜ਼ਾ ਲੈਣਾ ਚਾਹੀਦਾ ਜਾਂ ਫਰਦਰ ਸਟੱਡੀ ਕਰਾਂ? ਪਦਨ ਜੀ ਅਸੀਂ ਸਟੱਡੀ ਵੀਜ਼ਾ ਹੀ ਡੀਲ ਕਰਦੇ ਹਾਂ। ਜੇ ਤੁਹਾਨੂੰ ਕੋਈ ਕੰਸਲਟੈਂਟ, ਕੋਈ ਵੀਰ ਭਰਾ ਤੁਹਾਨੂੰ ਵਿਜ਼ਟਰ ਵਰਕ ਵੀਜ਼ਾ ਦਵਾਉਂਦਾ ਤੇ ਜ਼ਰੂਰ ਤੁਸੀਂ ਅਪਲਾਈ ਕਰ ਸਕਦੇ ਜੇ। ਅਸੀਂ ਸਟੱਡੀ ਵੀਜ਼ਾ 'ਚ ਡੀਲ ਕਰਦੇ ਹਾਂ, ਇਹਦੇ ਨਾਲ ਰਿਲੇਟਡ ਕੁਝ ਪੁੱਛਣਾ ਹੋਵੇ ਤੁਸੀਂ ਆ ਸਕਦੇ ਹੋ। ਉਹੀ ਸਵਾਲ ਨੇ ਜੀ ਸਾਰੇ। ਸਰ ਕਿੰਨੇ ਬੈਂਡ ਚਾਹੀਦੇ ਨੇ ਕੈਨੇਡਾ ਲਈ? 6 ਬੈਂਡ ਚਾਹੀਦੇ ਨੇ। ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਹੈ, ਮੇਰੇ ਆਇਲਸ 'ਚੋਂ 6 ਬੈਂਡ ਨੇ। ਹਾਂਜੀ ਜਾ ਸਕਦੇ ਹੋ ਤੁਸੀਂ। आपके करनाल ऑफिस में कोई सेंटर है क्या? हाँ जी, करनाल में हमारा सेक्टर 7 में ऑफिस है, जहाँ पे आप मिल सकते हैं। मिस्टर जयंत भारद्वाज आपको मिलेंगे वहाँ पे। सर क्या हाल है? बहुत ठीक है जी। 2003 में MBA की थी। कोई गल नहीं जी, आ जाओ, थोड़ा भी काम कराने हैं। थॉमसन फ्रॉम दिल्ली वांट टू मीट यू, यू शैल आई कम टू पंजाब एंड मीट यू। थॉमसन जी जो मर्जी अप्लाई कर लो, अपॉइंटमेंट ले लो, जलंधर चंडीगढ़ जिथे तुसी मिलना चाहते हो। ओवरऑल 5 बैंड, कैन आई अप्लाई एनी प्रोविंस इन कैनेडा? नो आई डोंट रिकमेंड। अगर आपने 5 बैंड है, आई रिकमेंड कि आप पीटी कर लो, पीटी में आपके बैंड अच्छे आ जाएंगे। आप इतना सस्ते में कैसे करते हो? सस्ते में इसलिए करते हैं क्योंकि लोगों के पास पैसे नहीं हैं। कॉलेजेस से स्कॉलरशिप ली गई है ताकि लोगों को कम पैसे पे भेजा जाए। MBA तो किस विच एडमिशन मिलेगी? MBA टू किस विच एडमिशन? मैनू समझ लगी, तुसी दोबारा लिख सकते हो। इंग्लिश गुड है, मैडिकल ग्रैजुएशन कर रहा, मास्टर्स ਲਈ पैसे घट ने, नहीं समझ लगी। पूरा चंगी तरह तुसी अंग्रेजी च लिख दो या पंजाबी च लिख दो। यमुनानगर कोई ऑफिस है? जी हाँ, यमुनानगर में है हमारा ऑफिस, आप गूगल करके मिलिए, वहाँ पे राजकुमार जी मिलेंगे आपको। सर कनेडा जाके कोई भी स्टडी कर सकते हैं? हाँ हाँ जी, कोई भी जिथे मर्जी जी मर्जी स्टडी चेंज कर लो बिना आइलेट्स। कनेडा या किसी और कंट्री में? नहीं विभू जी, अभी नहीं हम लोग प्रमोट कर रहे क्योंकि रिफ्यूज़ल बहुत ज़्यादा आ रही है। मौसम देख के ही काम करना पड़ता है। कनाडा रिफ्यूज़ लई आइलेट और पीटी मैटर करती है? SDN STS नो, कुछ भी मैटर नहीं करता। मैटर करता वै तो थोड़े बैंड स्कोर। ग्रैजुएशन BSc मैडिकल 50% in 2015, IELTS 6.5, not less than 6, today got refusal, very sad। परविंदर जी ਤੁਸੀਂ ਆਪਦਾ ਰਿਫਿਊਜ਼ਲ ਲੈਟਰ ਮੈਨੂੰ ਈਮੇਲ ਤੇ ਸੈਂਡ ਕਰ ਦਿਓ। ਇੰਨੇ ਵਧੀਆ ਨੰਬਰਾਂ ਦੇ ਨਾਲ ਵੀ ਤੁਸੀਂ ਵੀਜ਼ਾ ਰਿਫਿਊਜ਼ ਹੋਇਆ, ਆਈ ਐਮ ਵੈਰੀ ਸੌਰੀ। ਤੇ ਵੀਰ ਆਪਾਂ ਕੋਈ ਹੱਲ ਕੱਢਾਂਗੇ ਇਹਦਾ। ਸਰ ਅੰਬਾਲਾ कब आओ जा? नहीं, अंबाला नहीं, हमारा दफ्तर है जी उधर शाहबाद में, तो वहीं जाते हैं हम लोग दूसरे चौथे दिन। अभी बातें बहुत हो गई हैं, तो जाते जाते अभी एक रिफ्यूज़ल की बात करेंगे। मैं अभी आपके सवालों के जवाब नहीं दे पाऊँगा, अब कंक्लूड करूँगा ये जो हम लोग वीडियो सेशन चला रहे हैं। सबसे पहली बात क्या है कि आपकी पढ़ाई में 10 साल तक का गैप है। अब जितने भी लोग आप मेरे साथ हैं, 2 4 5 साल का गैप है, 8 10 साल का गैप है, ये सबके लिए है। अगर आपका 10 साल तक का गैप है, मैं विनय हरी आपकी फ़ाइल लेने के लिए तैयार हूँ। आपने इन 10 सालों में क्या किया, मुझे उसके प्रूफ दे दें। आपने कारोबार किया है, आपने नौकरी करी है, आपने समय कैसे व्यतीत किया है, मुझे इसके कागज़ दें।
मैं आपको 10 साल के साथ वीज़ा लगवा के दूंगा। दूसरी प्रॉब्लम, बहुत सारे बच्चे जिनके आइल्स में 6 ईच बैंड नहीं आते, आपके एक में 5 हैं, 2 में 5 है, 2 में 5.5 हैं, जी हाँ आप एलिजिबल हैं। आपने 12वीं की है, आपने बैचलर की है, तो भी आप एलिजिबल हैं। मेरी जिम्मेदारी होगी आपका दाखिला कराना और वीज़ा लेके देना। तीसरी प्रॉब्लम, बहुत सारे बच्चे जिनके वीज़ा रिफ्यूज़ हो गए हैं, किसी का AIP के बाद हुआ है, किसी का वैसे रिफ्यूज़ हो रहा है। आज वीज़ा रिफ्यूज़ क्यों हो रहा है? क्योंकि आज कोरोना चल रहा है और कहीं ना कहीं आपकी फ़ाइल के अंदर कोई ना कोई प्रॉब्लम है। आपकी फ़ाइल की असेसमेंट सिस्टम द्वारा की जा रही है, आपके एप्लीकेशन फॉर्म में कोई ना कोई गड़बड़ी है। जिसका भी वीज़ा रिफ्यूज़ हुआ है, अगर वो दोबारा लगाना चाहता है, हमारी मदद लेना चाहते हैं, तो सबसे पहले हमारे पास अपना एप्लीकेशन फॉर्म लेके आइए। आपने एप्लीकेशन फॉर्म के अंदर कुछ गलत डॉक्यूमेंट डाला होगा, कुछ गलत इन्फॉर्मेशन डाली होगी, इसको हमें निकालना पड़ेगा, उसके बाद ही वीज़ा लगेगा। बहुत सारे बच्चे जिनके नंबर कम हैं, जो प्राइवेट पढ़ाई पढ़े हुए हैं, किसी ने NIUS से पढ़ी है, किसी ने NWAC से पढ़ी है, आपकी पढ़ाई में आपके पासिंग मार्क्स होने चाहिए। जाते जाते एक और लास्ट इन्फॉर्मेशन दूंगा, बहुत सारे बच्चे जिन्होंने 10वीं करी हुई है, अब 10वीं के बाद भी हम लोग डिप्लोमा कोर्स में एडमिशन दिलवा रहे हैं। चाहिए क्या? 6 बैंड चाहिए। आपको मॉन्ट्रियल जाना है, आपको वैंकूवर जाना है, टोरंटो जाना है, पैसे लेंगे वीज़ा लगने के बाद। धन्यवाद।